Hello students, welcome to our YouTube channel. Today we will do next topic of ancient history and our next topic is Indus Valley Civilization, that is Sindhu घाटी दी सभ्यता. And students, this is very important topic. Okay, so we will start with introduction. First one is the history of India begins with the birth of Indus Valley Civilization. It means students कि ਜਿਹੜੀ ਹਿਸਟਰੀ ਆਫ ਇੰਡੀਆ ਹੈ ਇੰਡੀਆ ਦਾ ਇਤਿਹਾਸ ਹੈ ਉਹ ਕਿਹਦੇ ਨਾਲ ਸਟਾਰਟ ਹੋਇਆ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਦੈਟ ਇਜ਼ ਸਿੰਧੂ ਘਾਟੀ ਦੀ ਸਭਿਅਤਾ ਨਾਲ ਨੈਕਸਟ ਇਜ਼ ਇਟ ਇਜ਼ ਆਲਸੋ ਨੋਨ ਐਜ਼ ਹੜੱਪਾ ਸਿਵਲਾਈਜੇਸ਼ਨ ਐਂਡ ਪ੍ਰੀ ਆਰੀਅਨ ਸਿਵਲਾਈਜੇਸ਼ਨ ਇਸਨੂੰ ਹੜੱਪਾ ਸਭਿਅਤਾ ਜਾਂ ਪੂਰਵ ਆਰੀਅਨ ਸਭਿਅਤਾ ਵੀ ਕਿਹਾ ਜਾਂਦਾ ਹੈ ਐਂਡ ਸਟੂਡੈਂਟਸ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਕਈ ਵਾਰ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਦੂਸਰਾ ਨਾਮ ਕੀ ਹੈ ਜਿੱਦਾਂ ਆਪਸ਼ਨਸ ਵਿੱਚ ਆ ਜਾਂਦਾ ਹੈ ਹੜੱਪਾ ਸਿਵਲਾਈਜੇਸ਼ਨ ਜਾਂ ਪੋਸਟ ਆਰੀਅਨ ਸਿਵਲਾਈਜੇਸ਼ਨ ਜਾਂ ਨਾਲ ਕੋਈ ਹੋਰ ਦੋ ਆਪਸ਼ਨਸ ਦੇ ਦਿੱਤੇ ਜਾਂਦੇ ਨੇ ਤਾਂ ਤੁਹਾਨੂੰ ਉੱਥੇ ਪਤਾ ਹੋਣਾ ਚਾਹੀਦਾ ਕਿ ਇਹਦਾ ਸੈਕਿੰਡ ਨੇਮ ਕੀ ਹੈ ਹੜੱਪਾ ਸਿਵਲਾਈਜੇਸ਼ਨ ਜਾਂ ਇਸ ਨੂੰ ਹੜੱਪਾ ਸਿਵਲਾਈਜੇਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਓਕੇ ਜਾਂ ਪ੍ਰੀ ਆਰੀਅਨ ਸਿਵਲਾਈਜੇਸ਼ਨ ਓਕੇ ਤਾਂ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਕੋਈ ਚੀਜ਼ ਫਸਟ ਟਾਈਮ ਆਉਂਦੀ ਹੈ ਤਾਂ ਉਸਨੂੰ ਕੋਈ ਨਾ ਕੋਈ ਫਸਟ ਟਾਈਮ ਯੂਜ਼ ਕਰਦਾ ਹੀ ਹੈ ਤਾਂ ਹੁਣ ਆਪਾਂ ਉਹ ਪਰਸਨ ਦਾ ਨੇਮ ਜਾਣਾਂਗੇ ਜਿਨ੍ਹਾਂ ਨੇ ਫਸਟ ਟਾਈਮ IBC ਦੀ ਟਰਮ ਨੂੰ ਯੂਜ਼ ਕੀਤਾ ਸੀ ਥਰਡ ਪੁਆਇੰਟ ਇਜ਼ ਦਿਸ ਟਰਮ ਵਾਸ ਫਸਟ ਯੂਜ਼ਡ ਬਾਈ ਜੌਨ ਮਾਰਸ਼ਲ IBC ਪਹਿਲੀ ਵਾਰੀ ਜੌਨ ਮਾਰਸ਼ਲ ਨੇ ਵਰਤੋਂ ਕੀਤੀ ਸੀ ਇਟ ਮੀਨਸ IBC ਟਰਮ ਦੀ ਪਹਿਲੀ ਵਾਰੀ ਵਰਤੋਂ ਕਿਹਨਾਂ ਨੇ ਕੀਤੀ ਸੀ ਜੀ ਜੌਨ ਮਾਰਸ਼ਲ ਨੇ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਸਟੂਡੈਂਟਸ ਕਈ ਵਾਰ ਇਹ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਜੌਨ ਮਾਰਸ਼ਲ ਵਾਸ ਦ ਫਸਟ ਸਕੋਲਰ ਹੂ ਯੂਜ਼ਡ ਦਿਸ ਟਰਮ ਫਸਟ ਟਾਈਮ ਓਕੇ ਨੈਕਸਟ ਇਜ਼ ਦ ਮੋਸਟ ਅਸੈਪਟਡ ਪੀਰੀਅਡ ਇਜ਼ ਫਰੋਮ 2350 BC to 1750 BC according to radiocarbon dating ਤਾਂ ਸਟੂਡੈਂਟਸ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਪੀਰੀਅਡ ਸੀਗਾ ਮੋਸਟ ਅਸੈਪਟਡ ਯਾਨੀ ਕਿ ਜ਼ਿਆਦਾਤਰ ਜਿੰਨੀਆਂ ਵੀ ਆਪਾਂ ਮਤਲਬ ਸਾਈਟਸ ਦੇਖਾਂਗੇ ਜਾਂ ਬੁੱਕਸ ਦੇਖਾਂਗੇ ਹਰੇਕ ਤੇ ਅਲੱਗ-ਅਲੱਗ ਪੀਰੀਅਡ ਦਿੱਤਾ ਹੋਇਆ ਹੈ ਬਟ ਜ਼ਿਆਦਾਤਰ ਜਿਹੜਾ ਅਸੈਪਟਡ ਪੀਰੀਅਡ ਹੈ ਜੀ ਉਹ ਇਹੀ ਮੰਨਿਆ ਜਾਂਦਾ ਹੈ 2350 BC ਤੋਂ ਲੈ ਕੇ 1750 BC ਤੱਕ ਦਾ 2350 BC to 1750 BC okay next is in 1856 British engineers John and William laid the East Indian Railway Company line connecting the cities of Karachi and Lahore. They both used some Harappa bricks for the railway line formation. It means students 1856 ਈਸਵੀ ਦੇ ਵਿੱਚ 1856 ਵਿੱਚ ਦੋ ਬ੍ਰਿਟਿਸ਼ ਇੰਜੀਨੀਅਰਸ ਇੱਕ ਸੀ ਜੀ ਜੋਨ ਤੇ ਦੂਸਰੇ ਹੈਗੇ ਸੀ ਜੀ ਵਿਲੀਅਮ ਉਹਨਾਂ ਨੂੰ ਕੰਮ ਦਿੱਤਾ ਗਿਆ ਸੀ ਉਹਨਾਂ ਨੇ ਦੋ ਰੇਲਵੇ ਲਾਈਨਸ ਨੂੰ ਜੋੜਨਾ ਸੀਗਾ ਜੀ ਕਿਹੜੀਆਂ ਸਿਟੀਜ਼ ਨੂੰ ਜੋੜਨਾ ਸੀ ਉਹਨਾਂ ਨੇ ਰੇਲਵੇ ਲਾਈਨ ਦੇ ਥਰੂ ਜਿਹੜੀਆਂ ਉਹ ਹੈਗੀਆਂ ਸੀ ਜੀ ਕਰਾਚੀ ਤੇ ਲਾਹੌਰ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਟੂਡੈਂਟਸ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਉਹਨਾਂ ਨੇ ਕਿਹੜੀਆਂ ਸਿਟੀਜ਼ ਨੂੰ ਕਨੈਕਟ ਕਰਨਾ ਸੀ ਰੇਲਵੇ ਲਾਈਨ ਦੇ ਥਰੂ ਉਹ ਹੈਗੀਆਂ ਸੀ ਜੀ ਕਰਾਚੀ ਤੇ ਲਾਹੌਰ ਤੇ ਕਿਹੜੇ ਦੋ ਬ੍ਰਿਟਿਸ਼ ਇੰਜੀਨੀਅਰ ਸੀਗੇ ਜੀ ਜੋਨ ਤੇ ਵਿਲੀਅਮ ਤੇ ਕਿਸ ਟਾਈਮ ਪੀਰੀਅਡ ਦੀ ਗੱਲ ਹੈ 1856 ਇਸ ਪੁਆਇੰਟ ਵਿੱਚ ਤਿੰਨ ਮੇਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ ਨੈਕਸਟ ਇਜ਼ ਦੇ ਬੋਥ ਯੂਜ਼ਡ ਸਮ ਹੜੱਪਾ ਬ੍ਰਿਕਸ ਫॉर द रेलवे लाइन फॉर्मेशन ਬ੍ਰਿਕਸ ਮਤਲਬ ਇੱਟਾਂ ਜੀ ਉਹਨਾਂ ਦੋਨਾਂ ਨੇ ਗਲਤੀ ਨਾਲ ਬਾਈ ਮਿਸਟੇਕ ਕੁਝ ਹੜੱਪਾ ਬ੍ਰਿਕਸ ਨੂੰ ਰੇਲਵੇ ਲਾਈਨ ਦੀ ਫਾਰਮੇਸ਼ਨ ਲਈ ਯੂਜ਼ ਕਰ ਲਿਆ ਸੀ ਐਂਡ ਸਟੂਡੈਂਟਸ ਨਾਓ ਆਈ ਐਮ ਗੋਇੰਗ ਟੂ ਟੈਲ ਯੂ ਵਨ ਮੋਸਟ ਇੰਪੋਰਟੈਂਟ ਥਿੰਗ ਆਫ ਦਿਸ ਸਿਵਲਾਈਜੇਸ਼ਨ ਕਿ ਇਹ ਜਿਹੜੀ ਸੱਭਿਅਤਾ ਸੀ ਜੀ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧੂ ਘਾਟੀ ਦੀ ਸੱਭਿਅਤਾ ਇਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਹੈ ਇਹਦਾ ਸਭ ਤੋਂ ਇੰਪੋਰਟੈਂਟ ਰੀਜ਼ਨ ਇਹੀ ਹੈ ਜੀ ਕਿਉਂਕਿ ਇਹ ਸੱਭਿਅਤਾ ਇੰਡਸ ਰਿਵਰ ਦੇ ਕਿਨਾਰੇ ਤੇ ਹੋਈ ਸੀ ਠੀਕ ਹੈ ਕਿਉਂਕਿ ਇਹ ਸੱਭਿਅਤਾ ਬੇਸਿਕਲੀ ਇੰਡਸ ਰਿਵਰ ਕਿਨਾਰੇ ਤੇ ਹੋਈ ਸੀ ਇਸ ਲਈ ਉਸੇ ਇੰਡਸ ਰਿਵਰ ਦੇ ਨਾਮ ਤੋਂ ਇਹ ਸੱਭਿਅਤਾ ਦਾ ਕੀ ਨਾਮ ਪੈ ਗਿਆ ਜੀ
Indus Valley civilization. You should remember this thing. This is very interesting and very important thing students. बहुत ही interesting thing है जी, ये याद रखने ਲਈ ਤੇ बहुत ही आसान भी है. Next is extent and major sites of the IBC. Students, ਹੁਣ ਮੈਂ ਤੁਹਾਨੂੰ ਜਿਹੜੀਆਂ IBC ਜਾਨੀ ਕਿ ਸਿੰਧੂ ਘਾਟੀ ਸੱਭਿਅਤਾ ਦੀਆਂ ਮੇਜਰ ਸਾਈਟਸ ਬਹੁਤ ਮਹੱਤਵਪੂਰਨ ਸਾਈਟਸ ਸੀਗੀਆਂ ਜੀ ਉਹ ਡਿਸਕਸ ਕਰਨ ਜਾ ਰਹੀ ਹਾਂ. ਜਿਸ ਤਰ੍ਹਾਂ ਸਟੂਡੈਂਟਸ ਆਪਣੀਆਂ 4 ਦਿਸ਼ਾਵਾਂ ਨੇ ਨੌਰਥ, ਸਾਊਥ, ਈਸਟ, ਵੈਸਟ, ਉੱਤਰ, ਦੱਖਣ, ਪੂਰਬ, ਪੱਛਮ. ਉਸੇ ਤਰੀਕੇ ਨਾਲ ਜੀ ਸਿੰਧੂ ਘਾਟੀ ਦੀ ਸੱਭਿਅਤਾ ਦੀਆਂ ਜਿਹੜੀਆਂ ਸਾਈਟਸ ਨੇ ਉਹ ਵੀ ਚਾਰੇ ਦਿਸ਼ਾਵਾਂ ਵਿੱਚ ਨੇ. ਹੁਣ ਆਪਾਂ ਅੱਗੇ ਉਹ ਡਿਸਕਸ ਕਰਾਂਗੇ. ਫਸਟ ਵਨ ਹੈਗੇ ਜੀ ਦਾ ਨੌਰਥਰਨ ਮੋਸਟ ਪੁਆਇੰਟ. ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਹੜੱਪਾ ਸਿਵਲਾਈਜੇਸ਼ਨ. ਠੀਕ ਹੈ ਜੀ. ਤੇ ਮੇਨ ਇਹ ਕਿੱਥੇ ਸੀਗੀ, ਜੰਮੂ ਐਂਡ ਕਸ਼ਮੀਰ ਵਿੱਚ ਤੇ ਮਾਂਡਾ ਵਿੱਚ. ਨੈਕਸਟ ਹੈ ਜੀ ਦਾ ਸਾਊਥਰਨ ਮੋਸਟ ਪੁਆਇੰਟ ਯਾਨੀ ਕਿ ਦੱਖਣ ਦਿਸ਼ਾ ਵਾਲੀ. ਇਹ ਕਿੱਥੇ ਹੈ ਜੀ, ਦਿਆਮਾਬਾਦ ਵਿੱਚ. ਠੀਕ ਹੈ, ਦਿਆਮਾਬਾਦ ਆਫ ਮਹਾਰਾਸ਼ਟਰਾ, ਮਹਾਰਾਸ਼ਟਰਾ ਦੇ ਦਿਆਮਾਬਾਦ ਵਿੱਚ. ਨੈਕਸਟ ਹੈ ਜੀ ਦਾ ਈਸਟਰਨ ਮੋਸਟ ਪੁਆਇੰਟ. ਈਸਟਰਨ ਮੋਸਟ ਪੁਆਇੰਟ ਕਿੱਥੇ ਹੈ ਜੀ, ਕਿਹੜੀ ਦਿਸ਼ਾ ਵਿੱਚ ਹੈ, ਪੂਰਬ ਵਿੱਚ. ਇਹ ਕਿੱਥੇ ਹੈ ਜੀ, ਆਪਣਾ ਅਲਾਮਗੀਰਪੁਰ, ਜਿਹੜਾ ਕਿੱਥੇ ਹੈ, ਮੇਰਠ ਵਿੱਚ. ਮੇਰਠ ਕਿੱਥੇ ਹੈ ਜੀ, ਯੂਪੀ ਵਿੱਚ. ਠੀਕ ਹੈ, ਅਲਾਮਗੀਰਪੁਰ ਇਨ ਮੇਰਠ. ਨੈਕਸਟ ਹੈ ਜੀ ਦਾ ਵੈਸਟਰਨ ਮੋਸਟ ਪੁਆਇੰਟ ਯਾਨੀ ਕਿ ਪੱਛਮ ਵਾਲੀ. ਇਹ ਕਿੱਥੇ ਹੈ ਜੀ, ਬਲੋਚਿਸਤਾਨ ਵਿੱਚ. ਇਹ ਅੱਜ ਕੱਲ੍ਹ ਕਿੱਥੇ ਹੈ ਜੀ, ਪਾਕਿਸਤਾਨ ਵਿੱਚ. ਤੇ ਜਿਹੜੀ ਚੌਥੀ ਵੈਸਟਰਨ ਮੋਸਟ ਪੁਆਇੰਟ ਹੈ ਉਹ ਕਿੱਥੇ ਹੈ ਜੀ, ਬਲੋਚਿਸਤਾਨ ਵਿੱਚ, ਜੋ ਕਿ ਹੁਣ ਕਿੱਥੇ ਹੈ ਇਹ ਜਗ੍ਹਾ, ਪਾਕਿਸਤਾਨ ਵਿੱਚ. ਇਹ ਤੁਸੀਂ ਯਾਦ ਰੱਖਣਾ ਹੈ. ਓਕੇ. ਨੈਕਸਟ ਮੋਸਟ ਇੰਪੋਰਟੈਂਟ ਪੁਆਇੰਟ ਹੈ ਜੀ ਹੜੱਪਾ ਸਕ੍ਰਿਪਟ ਇਜ਼ ਰਿਗਾਰਡਡ ਐਜ਼ ਪਿਕਟੋਗ੍ਰਾਫਿਕ ਸਕ੍ਰਿਪਟ. ਕਿ ਜਿਹੜੀ ਹੜੱਪਾ ਸਕ੍ਰਿਪਟ ਸੀ ਜੀ ਉਹਨੂੰ ਆਪਾਂ ਕੀ ਕਹਿੰਦੇ ਆ, ਪਿਕਟੋਗ੍ਰਾਫਿਕ ਸਕ੍ਰਿਪਟ. ਕਿਉਂਕਿ ਇਹ ਜਿਹੜੀ ਲਿਪੀ ਸੀ ਜੀ ਉਹ ਭਾਸ਼ਾ ਜਾਂ ਵਰਡਸ ਦੇ ਉੱਪਰ ਆਧਾਰਿਤ ਨਹੀਂ ਸੀ, ਉਹ ਕਿਹਦੇ ਉੱਤੇ ਆਧਾਰਿਤ ਸੀ, ਤਸਵੀਰਾਂ ਦੇ ਉੱਪਰ. ਤਾਂ ਉਹਨਾਂ ਨੇ ਜੇ ਕਿਸੇ ਚੀਜ਼ ਨੂੰ ਐਕਸਪ੍ਰੈਸ ਕਰਨਾ ਹੁੰਦਾ ਸੀ ਉਹਦੇ ਲਈ ਤਸਵੀਰਾਂ ਦਾ ਯੂਜ਼ ਕਰਦੇ ਸੀ. ਨੈਕਸਟ ਹੈ ਜੀ ਦਾ ਸਕ੍ਰਿਪਟ ਵਾਸ ਬੈਸਟਰੋਫੋਰਡੀਅਨ, written from right to left in one line and then from left to right in the next line. ਸਟੂਡੈਂਟਸ, ਜਿਹੜੀ ਉਹ ਸਕ੍ਰਿਪਟ ਲਿਖਦੇ ਸੀ ਜੀ, ਜਿਹੜੀ ਆਪਾਂ ਉੱਪਰ ਪੜ੍ਹੀ ਹੈ ਪਿਕਟੋਗ੍ਰਾਫਿਕ, ਤਸਵੀਰਾਂ ਦੇ ਆਧਾਰਿਤ ਲਿਪੀ, ਉਹਨੂੰ ਕਿਸ ਤਰ੍ਹਾਂ ਲਿਖਦੇ ਸੀ ਜੀ, ਪਹਿਲੀ ਲਾਈਨ ਵਿੱਚ ਰਾਈਟ ਟੂ ਲੈਫਟ ਯਾਨੀ ਕਿ ਸੱਜੇ ਤੋਂ ਖੱਬੇ, ਤੇ ਦੂਜੀ ਲਾਈਨ ਵਿੱਚ ਲੈਫਟ ਟੂ ਰਾਈਟ, ਖੱਬੇ ਤੋਂ ਸੱਜੇ. ਤੇ ਉਹ ਉਹਨਾਂ ਦੇ ਜਿਹੜੇ ਲਿਖਣ ਦਾ ਮੈਥਡ ਸੀਗਾ ਉਹ ਕੀ ਸੀਗਾ ਜੀ, ਬੈਸਟਰੋਫੋਰਡੀਅਨ. ਇਹ ਬਹੁਤ ਇੰਪੋਰਟੈਂਟ ਹੈ ਸਟੂਡੈਂਟਸ, ਇਸ ਨੂੰ ਤੁਸੀਂ ਯਾਦ ਰੱਖਣਾ ਹੈ. ਐਗਜ਼ਾਮਸ ਵਿੱਚ ਇਸ ਨਾਲ ਰਿਲੇਟਡ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ. ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ. ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ. ਸਕ੍ਰਿਪਟ ਦਾ ਨੇਮ ਕੀ ਸੀ ਜੀ, ਬੈਸਟਰੋਫੋਰਡੀਅਨ. ਤੇ ਪਹਿਲੀ ਲਾਈਨ ਵਿੱਚ ਉਹ ਲਿਖਦੇ ਸੀ ਰਾਈਟ ਟੂ ਲੈਫਟ, ਤੇ ਨੈਕਸਟ ਲਾਈਨ ਵਿੱਚ ਲਿਖਦੇ ਸੀਗੇ ਲੈਫਟ ਟੂ ਰਾਈਟ. ਕਿਹੜੀ ਸਕ੍ਰਿਪਟ ਲਿਖਦੇ ਸੀਗੇ ਜੀ, ਬੈਸਟਰੋਫੋਰਡੀਅਨ. ਓਕੇ. ਆਈ ਹੋਪ ਯੂ ਇੰਜੋਏ ਟੂਡੇਜ਼ ਵੀਡੀਓ ਸਟੂਡੈਂਟਸ. ਤੇ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ. ਤੇ ਅਗਲੀ ਵੀਡੀਓ ਵਿੱਚ ਆਪਾਂ ਪੜਾਂਗੇ ਜੀ ਆਰਕੀਓਲੋਜੀਕਲ ਸਾਈਟਸ ਆਫ IBC ਤੇ ਹੋਰ ਇੰਪੋਰਟੈਂਟ ਟੌਪਿਕਸ IBC ਦੇ. ਤੇ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਪੜਾਂਗੇ ਸਟੂਡੈਂਟਸ, ਉਹ ਟੌਪਿਕ ਵਿੱਚੋਂ ਪਿਛਲੇ ਪੰਜਾਬ ਪਟਵਾਰੀ ਦੇ ਪੇਪਰ ਵਿੱਚੋਂ ਵੀ ਕੁਐਸਚਨ ਆਏ ਹੋਏ ਨੇ. ਠੀਕ ਹੈ, ਤੇ ਅੱਜ ਵੀ ਜਿਹੜਾ ਟੌਪਿਕ ਮੈਂ ਤੁਹਾਨੂੰ ਪੜ੍ਹਾਇਆ ਉਹ ਬਹੁਤ ਮੇਨ ਪੜ੍ਹਾਇਆ ਹੈ. ਜਿਸ ਤਰ੍ਹਾਂ ਹੁਣ ਅੱਗੋਂ ਕੰਪੀਟੀਟਿਵ ਐਗਜ਼ਾਮਸ ਆ ਰਹੇ ਨੇ, ਜੇ ਤੁਹਾਡੇ ਕੋਲ ਜ਼ਿਆਦਾ ਪੜ੍ਹਨ ਦਾ ਟਾਈਮ ਨਹੀਂ ਹੈ ਤਾਂ ਮੈਂ ਤੁਹਾਨੂੰ ਮੋਸਟ ਇੰਪੋਰਟੈਂਟ ਪੁਆਇੰਟਸ ਹੀ ਪੜ੍ਹਾ ਰਹੀ ਹਾਂ. ਤੁਸੀਂ ਸਿਰਫ ਇਹਨਾਂ ਨੂੰ ਦੇਖ ਲਓ, ਇਹਨਾਂ ਨੂੰ ਅੱਛੀ ਤਰੀਕੇ ਨਾਲ ਨੋਟ ਕਰ ਲਓ, ਆਪਣੇ ਨੋਟਸ ਬਣਾ ਲਓ. ਦਿਸ ਇਜ਼ ਸਫੀਸ਼ੀਐਂਟ ਫॉर ਯੂ. ਐਂਡ ਸਟੂਡੈਂਟਸ, ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ. ਤੇ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ. ਬਾਏ ਬਾਏ, ਟੇਕ ਕੇਅਰ.